ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਨੇ ਕੀਤਾ ਐਲਾਨ, ਭਗਵੰਤ ਮਾਨ ਧੂਰੀ ਤੋਂ ਲੜਨਗੇ ਚੋਣਾਂ। ਸਾਬਕਾ ਡੀਜੀਪੀ ਦੇ ਜਾਲੀ ਦਸਤਖਤ ਦੇ ਮਾਮਲੇ ਵਿੱਚ ਇੰਸਪੈਕਟਰ ਗ੍ਰਿਫਤਾਰ। ਅਤੇ ਪੀਯੂ ਦੇ ਪ੍ਰੋਫੈਸਰ ਤਰੁਣ ਘਈ ਨੇ ਕੀਤੀ ਪ੍ਰੈਸ ਕਾਨਫਰੰਸ, ਪੀਯੂ ਪ੍ਰਸ਼ਾਸਨ ਤੇ ਲਗਾਏ ਕਈ ਆਰੋਪ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਆਪਣੇ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ। ਭਗਵੰਤ ਮਾਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਸੀਐਮ ਦਾਅਵੇਦਾਰ ਹਨ ਤੇ ਹੁਣ ਉਹਨਾਂ ਨੇ ਇਹ ਵੀ ਦੱਸ ਦਿੱਤਾ ਹੈ ਕਿ ਭਗਵੰਤ ਮਾਨ ਕਿੱਥੋਂ ਚੋਣਾਂ ਲੜਨਗੇ। ਤਾਂ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਧੂਰੀ ਤੋਂ ਚੋਣਾਂ ਲੜਨਗੇ। ਇਸ ਦਾ ਵੀ ਐਲਾਨ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਰ ਦਿੱਤਾ ਗਿਆ ਹੈ। लोकसभा गए, मुझे बताते हुए बेहद खुशी है कि आम आदमी पार्टी भगवंत मान साहब को 2022 का इलेक्शन धूरी हलके से लड़ाने जा रही है। धूरी हलका भगवंत मान साहब का लोकसभा क्षेत्र संगरूर उसमें आता है। भगवंत मान साहब का अपना होम टाउन भी संगरूर जिले में आता है। आम आदमी पार्टी हैज डिसाइडेड दैट आम आदमी पार्टी सीएम कैंडिडेट ऑफ 2022 इलेक्शंस will contest the assembly elections from the constituency Dhuri. Dhuri constituency falls under the Sangrur district, which is also the hometown of Bhagwant Maan Sahab. Dhuri constituency falls under the Lok Sabha seat of Sangrur, which is also the seat which Bhagwant Maan Sahab has represented in the Lok Sabha in the year 2014 and 2019. हमें विश्वास है कि इस बार धूरी के लोग बहुत प्यार और आशीर्वाद भगवंत मान साहब पे बख्शेंगे और रिकॉर्ड तोड़ वोटों से भगवंत मान साहब धूरी हलके से इलेक्शन जीतेंगे। आम आदमी पार्टी साफ तौर पे 2022 के इलेक्शन की फ्रंट रनर बनती नजर आ रही है। सारे ओपिनियन पोल्स, सारे सर्वे ये दिखा रहे हैं कि आम आदमी पार्टी की सरकार 2022 में बनने जा रही है। और मुझे बताते हुए बड़ी खुशी है कि आम आदमी पार्टी केवल अपने सीएम उम्मीदवार का हल्का आज नहीं बता रही, बल्कि पंजाब के आने वाले 2022 में जो मुख्यमंत्री बनेंगे उनका हल्का क्या होगा वो हम बताने जा रहे हैं, जो आज हमने बताया है। ਉਹਦੇ ਸਾਬਕਾ ਡੀਜੀਪੀ ਚਟੋਪਾਧਿਆਏ ਦੇ ਜਾਲੀ ਦਸਤਖਤ ਦੇ ਮਾਮਲੇ ਦੇ ਵਿੱਚ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਇੰਸਪੈਕਟਰ ਤੋਂ ਪਹਿਲਾਂ ਵੀ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਪੁੱਛਗਿੱਛ ਦੇ ਦੌਰਾਨ ਹੀ ਇੰਸਪੈਕਟਰ ਦਾ ਨਾਮ ਸਾਹਮਣੇ ਆਇਆ ਸੀ। ਉਹਨਾਂ ਨੂੰ ਪੁਲਿਸ ਰਿਮਾਂਡ ਦੇ ਵਿੱਚ ਭੇਜ ਦਿੱਤਾ ਗਿਆ ਹੈ। ਪੇਸ਼ ਹੈ ਇਸ ਤੇ ਰਿਪੋਰਟ। ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਜਾਲੀ ਦਸਤਖਤ ਮਾਮਲੇ 'ਚ ਸੈਕਟਰ 3 ਥਾਣਾ ਪੁਲਿਸ ਨੇ ਮੋਹਾਲੀ ਜ਼ਿਲ੍ਹੇ ਦੇ ਇੰਸਪੈਕਟਰ ਸਤਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ। गौरतलब है कि इस मामले ਵਿੱਚ 2 ਸੁਪਰਡੈਂਟ ਅਤੇ 1 ਹੌਲਦਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਪੁੱਛਗਿੱਛ ਦੇ ਵਿੱਚ ਇੱਕ ਇੰਸਪੈਕਟਰ ਦਾ ਨਾਮ ਵੀ ਸਾਹਮਣੇ ਆਇਆ ਸੀ। ਸਾਰਿਆਂ ਨੂੰ ਹੀ ਗ੍ਰਿਫਤਾਰ ਕਰਕੇ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਜਿੱਥੇ ਸਾਰੇ ਹੀ ਆਰੋਪੀਆਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਪੁਲਿਸ ਦੀ ਮੰਨੀਏ ਤਾਂ 8 ਜਨਵਰੀ ਨੂੰ ਇੱਕ ਡੀਜੀਪੀ ਦਸਤਖਤ ਦੀ ਲਿਸਟ ਜਾਰੀ ਹੋਈ ਸੀ, ਜਿਸ ਦੇ ਵਿੱਚ 11 ਪੁਲਿਸ ਕਰਮੀਆਂ ਦੇ ਪ੍ਰਮੋਸ਼ਨ ਨੂੰ ਲੈ ਕੇ ਆਰਡਰ ਕੱਢਿਆ ਗਿਆ ਸੀ। ਪਰ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਇਹ ਹਸਤਾਖਰ ਨਹੀਂ ਕੀਤੇ ਸਨ। ਇਸ ਤੋਂ ਬਾਅਦ ਪੂਰੇ ਮਹਿਕਮੇ ਦੇ ਵਿੱਚ ਹੜਕੰਪ ਮਚਿਆ ਤੇ ਇਸ ਪੂਰੇ ਮਾਮਲੇ 'ਚ ਡੀਜੀਪੀ ਪੰਜਾਬ ਦਫ਼ਤਰ ਤੋਂ ਚੰਡੀਗੜ੍ਹ ਦੇ ਸੈਕਟਰ ਥਾਣਾ 3 ਵਿੱਚ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਸੀ। ਮਾਮਲਾ ਵੱਡਾ ਹੋਣ ਦੇ ਚੱਲਦੇ ਇਸ ਮਾਮਲੇ ਦੇ ਵਿੱਚ ਅਜਿਹਾ ਐਪ ਬਣਾਇਆ ਗਿਆ ਜਿਸ ਦੀ ਸੁਪਰਵਿਜ਼ਨ ਖੁਦ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਕਰ ਰਹੇ ਨੇ ਤੇ ਮਾਮਲੇ ਦੇ ਵਿੱਚ हर पहलू की जांच की जा रही है। 3 थाने में पंजाब पुलिस की तरफ से कंप्लेंट आई थी कि कुछ ऑर्डर फर्जी बताने की कि उसमें डीजीपी साहब के साइन हैं जो कि जाली साइन हैं।
तो उसमें अननोन पर्सन्स के खिलाफ मामला दर्ज किया गया था और इन्वेस्टिगेशन शुरू करी गई थी। ड्यूरिंग इन्वेस्टिगेशन 5 लोगों की अभी तक हमने गिरफ्तारी करी है। उसमें एक है संदीप जो सुपरिटेंडेंट है वहाँ PHQ में, एक है बहादुर जो इस्टेब्लिशमेंट ब्रांच के सुपरिटेंडेंट है, एक मनी कटोच है, एक इंस्पेक्टर सतवंत हैं और एक सरबजीत हैं। तो ये भी 5 लोग हमने अरेस्ट करे हैं और भी कुछ लोगों की अरेस्ट होने की आप उम्मीद कर सकते हैं, और बाकी इन्वेस्टिगेशन अभी हम कर रहे हैं। इसमें जो भी आगे होगा उसमें हम लगे हुए हैं। अभी हमने गाड़ी रिकवर करी है, मोबाइल फ़ोन्स वगैरह कुछ रिकवर करे हैं और बाकी हम रेड्स कर रहे हैं और डॉक्यूमेंट्स वगैरह रिकवर करने के लिए। ਦੱਸਦੀ ਕਿ ਗ੍ਰਿਫਤਾਰ ਕੀਤਾ ਗਿਆ ਇੰਸਪੈਕਟਰ ਸਤਵੰਤ ਸਿੰਘ ਕਈ ਅਹਿਮ ਅਹੁਦਿਆਂ ਦੇ ਉੱਤੇ ਤੈਨਾਤ ਵੀ ਰਹਿ ਚੁੱਕਿਆ ਹੈ। ਜਦ ਇਸ ਮਾਮਲੇ ਦੇ ਸਬੰਧ ਵਿੱਚ ਚੰਡੀਗੜ੍ਹ ਦੇ SP ਕੀਰਤਨ ਬੰਸਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮਾਮਲੇ 'ਚ ਸ਼ਿਕਾਇਤ ਆਉਂਦਿਆਂ ਹੀ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਤੇ ਜਿਸ ਤੋਂ ਬਾਅਦ ਮਾਮਲੇ 'ਚ ਹੁਣ ਤੱਕ 5 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ, ਜਿਸ ਦੇ ਵਿੱਚ ਇੱਕ ਇੰਸਪੈਕਟਰ ਵੀ ਸ਼ਾਮਲ ਹੈ ਤੇ ਸਾਰਿਆਂ ਤੋਂ ਹੀ ਗੰਭੀਰਤਾ ਦੇ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਜਗਬਾਣੀ TV ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਉਹਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਤਰੁਣ ਘਈ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ PU ਨੂੰ ਲੈ ਕੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ। ਖੁਲਾਸੇ ਕਰਦੇ ਹੋਏ ਉਹਨਾਂ ਨੇ PU ਪ੍ਰਸ਼ਾਸਨ ਤੇ ਗੰਭੀਰ ਆਰੋਪ ਵੀ ਲਗਾਏ। ये सारे जिम्मेवार ने और उस सिलेक्शन पैनल जिम्मेवार है जिहड़ा कि इन्हां नूं सिलेक्ट करके आया और 24 महीने तो 25 लाख लै गया। पर तुसीं ये देखो भाई जिहड़ा एलिजिबल कैंਡੀਡੇਟ होएगा वो बेचारा रह गया और एक इनएलिजिबल बंदा। ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਤਰੁਣ ਘਈ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੀ ਹੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਉੱਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਮੁਕੇਰੀਆਂ ਦੇ ਇੱਕ ਕਾਲਜ ਦੇ ਪ੍ਰਿੰਸੀਪਲ ਦੀ ਨਿਯੁਕਤੀ ਗਲਤ ਤਰੀਕੇ ਨਾਲ ਹੋਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਅਸਿਸਟੈਂਟ ਪ੍ਰੋਫੈਸਰ ਵੀ ਨਹੀਂ ਸੀ ਤੇ ਉਹਨਾਂ ਨੂੰ ਕਾਲਜ ਮੁਕੇਰੀਆਂ ਦਾ ਪ੍ਰਿੰਸੀਪਲ ਬਣਾ ਦਿੱਤਾ ਗਿਆ ਤੇ ਉਸ ਨੂੰ ਜਨਵਰੀ 2020 ਦੇ ਵਿੱਚ ਲੈਕਚਰਾਰ ਤੋਂ ਪ੍ਰਿੰਸੀਪਲ ਦੇ ਅਹੁਦੇ ਤੇ ਤਾਇਨਾਤ ਕੀਤਾ ਗਿਆ ਤੇ ਨਿਯਮਾਂ ਦੇ ਮੁਤਾਬਿਕ ਕਿਸੇ ਵੀ ਵਿਅਕਤੀ ਨੂੰ ਪ੍ਰਿੰਸੀਪਲ ਉਦੋਂ ਹੀ ਬਣਾਇਆ ਜਾਂਦਾ ਹੈ ਜਦੋਂ ਇਸ ਤੋਂ ਪਹਿਲਾਂ ਉਸ ਦਾ 15 ਸਾਲ ਦਾ ਅਸਿਸਟੈਂਟ ਪ੍ਰੋਫੈਸਰ ਦਾ ਤਜਰਬਾ ਹੋਵੇ। ਇੰਨਾ ਹੀ ਨਹੀਂ, ਉਹਨੇ ਇਹ ਵੀ ਕਿਹਾ ਹੈ ਕਿ ਪ੍ਰਿੰਸੀਪਲ ਨੇ ਪੰਜਾਬ ਸਰਕਾਰ ਦੇ ਨਾਲ ਧੋਖਾ ਕੀਤਾ ਹੈ ਤੇ ਇਸ ਨਾਲ ਉਹਨਾਂ ਨੇ ਪੰਜਾਬ ਸਰਕਾਰ ਨੂੰ 32 ਲੱਖ ਰੁਪਏ ਦਾ ਚੂਨਾ ਵੀ ਲਗਾਇਆ ਹੈ। ਜਨਵਰੀ 2020 ਦੇ ਵਿੱਚ ਪੰਜਾਬ ਦੇ ਵਿੱਚ ਡਿਸਟ੍ਰਿਕਟ ਹੁਸ਼ਿਆਰਪੁਰ 'ਚ ਇੱਕ ਕਾਲਜ ਹੈ SPN ਕਾਲਜ ਮੁਕੇਰੀਆਂ, 1971 ਦਾ ਬਣਿਆ ਹੋਇਆ ਕਾਲਜ ਹੈ। ਉੱਥੇ ਡਾਕਟਰ ਸਮੀਰ ਸ਼ਰਮਾ ਐਜ਼ ਪ੍ਰਿੰਸੀਪਲ ਅਪਾਇੰਟ ਕੀਤੇ ਜਾਂਦੇ ਆ। ਪੰਜਾਬ ਯੂਨੀਵਰਸਿਟੀ ਦਾ ਐਫੀਲੀਏਟਡ ਕਾਲਜ ਹੈ। ਜਦੋਂ ਅਸੀਂ ਪਿਛਲੇ ਦਿਨੀ ਕੁਝ ਇਨਵੈਸਟੀਗੇਸ਼ਨ ਕੀਤੀ ਕਿ ਇਹ ਜਿਹੜਾ ਬੰਦਾ ਪ੍ਰਿੰਸੀਪਲ ਬਣਿਆ ਕੀ ਇਹ ਪ੍ਰਿੰਸੀਪਲ ਬਣਨ ਦੇ ਕਾਬਲ ਸੀ, ਤੇ ਮੈਂ ਇਹਦੇ 'ਚ ਦੱਸਣਾ ਚਾਹੁੰਦਾ ਹਾਂ ਕਿ UGC ਦੀਆਂ ਜਿਹੜੀਆਂ ਰੈਗੂਲੇਸ਼ਨਸ ਨੇ 2010 ਦੀਆਂ, ਉਹ ਇਹ ਕਹਿੰਦੀਆਂ ਨੇ ਕਿ ਕਾਲਜ ਦਾ ਪ੍ਰਿੰਸੀਪਲ ਬਣਨ ਦੇ ਲਈ ਯੂ ਮਸਟ ਬੀ ਐਨ ਐਸੋਸੀਏਟ ਪ੍ਰੋਫੈਸਰ। 15 ਸਾਲ ਦਾ ਤੁਹਾਡਾ ਤਜਰਬਾ ਹੋਣਾ ਚਾਹੀਦਾ ਔਰ ਐਸੋਸੀਏਟ ਪ੍ਰੋਫੈਸਰ ਹੋਵੋ। ਔਰ ਐਸੋਸੀਏਟ ਪ੍ਰੋਫੈਸਰ ਵੀ ਨਾਲ ਉਹ ਕਹਿੰਦੀ ਹੈ ਕਿ ਇੱਕ ਯੂਨੀਵਰਸਿਟੀ ਦੇ ਸਿਲੈਕਸ਼ਨ ਪੈਨਲ ਦੇ ਥਰੂ ਤੁਹਾਨੂੰ ਸਿਲੈਕਟ ਕੀਤਾ ਗਿਆ ਹੋਵੇ ਕਿ ਤੁਸੀਂ ਐਸੋਸੀਏਟ ਪ੍ਰੋਫੈਸਰ ਬਣ ਗਏ ਹੋ। ਜਦੋਂ ਅਸੀਂ ਪਤਾ ਕੀਤਾ ਤਹਿ ਤੱਕ ਗਏ ਸਾਰੇ ਮਾਮਲੇ ਦੀ, ਤਾਂ ਸਮੀਰ ਸ਼ਰਮਾ 2001 ਦੇ ਵਿੱਚ DAV ਕਾਲਜ ਜਲੰਧਰ ਜੁਆਇਨ ਕਰਦਾ ਹੈ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਡਰ ਉਹ ਕਾਲਜ ਆਉਂਦਾ ਹੈ। ਔਰ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪਤਾ ਕੀਤਾ ਜਾਂਦਾ ਹੈ ਤਾਂ ਜਵਾਬ ਮਿਲਦਾ ਹੈ ਕਿ ਹੀ ਇਜ਼ ਨਾਟ ਐਨ ਅਪਰੂਵਡ ਟੀਚਰ। ਉਹ ਅਸਿਸਟੈਂਟ ਪ੍ਰੋਫੈਸਰ ਵੀ ਨਹੀਂ ਹੈਗਾ, ਉਹਦੀ ਅਸਿਸਟੈਂਟ ਪ੍ਰੋਫੈਸਰ ਦੀ ਅਪਰੂਵਲ ਵੀ ਅੱਜ ਤੱਕ ਨਹੀਂ ਹੋਈ। ਅੱਜ 20 ਜਨਵਰੀ 2022 ਨੂੰ ਮੈਂ ਇੰਟਰਵਿਊ ਕਰ ਰਿਹਾ ਤੇ ਅੱਜ ਤੱਕ ਵੀ ਉਹਦੀ ਅਸਿਸਟੈਂਟ ਪ੍ਰੋਫੈਸਰ ਦੀ ਅਪਰੂਵਲ ਨਹੀਂ ਆਈ। ਉਹ ਬੰਦਾ ਇੱਕ ਕਾਲਜ ਦਾ ਪ੍ਰਿੰਸੀਪਲ ਬਣਿਆ ਹੋਇਆ। ਇਸ ਤੋਂ ਬਾਅਦ ਹੋਰ ਜਦੋਂ ਤਹਿ ਦੇ ਵਿੱਚ ਗਏ ਤਾਂ ਕਮਾਲ ਉਦੋਂ ਹੋਈ, ਜਨਵਰੀ 2020 ਦੇ ਵਿੱਚ ਇਹ ਬੰਦਾ ਪ੍ਰਿੰਸੀਪਲ ਬਣਦਾ ਕਾਲਜ ਦਾ ਔਰ 22/1/2022 ਇੱਕ ਸਾਲ ਬਾਅਦ ਇਹ ਬੰਦਾ ਬੜਾ ਹੀ ਕਿਸੇ ਨੂੰ ਦੱਸੇ ਬਿਨਾ ਹਾਈ ਕੋਰਟ ਦੇ ਵਿੱਚ ਮੂਵ ਕਰਦਾ ਔਰ ਇੱਕ ਰਿਟ ਪਟੀਸ਼ਨ ਲਗਾਉਂਦਾ ਕਿ ਜੀ ਮੈਨੂੰ ਐਸੋਸੀਏਟ ਦਾ ਗ੍ਰੇਡ ਦਿੱਤਾ ਜਾਵੇ। ਕਮਾਲ ਹੋ ਗਈ। ਜਿਹੜਾ ਬੰਦਾ ਪ੍ਰਿੰਸੀਪਲ ਬਣ ਗਿਆ ਇਹ ਕਹਿ ਕੇ ਕਿ ਮੈਂ ਐਸੋਸੀਏਟ ਪ੍ਰੋਫੈਸਰ ਹੈ, ਉਹਦੇ ਕਾਗਜ਼ ਉੱਥੇ ਜਮ੍ਹਾਂ ਕਰਾਉਂਦਾ ਹੈ ਔਰ ਉਹ ਹਾਈ ਕੋਰਟ ਦੇ ਵਿੱਚ ਸਬਮਿਸ਼ਨ ਕਰਦਾ ਹੈ, ਕਿਤੇ ਆਮ ਜਗ੍ਹਾ ਤੇ ਨਹੀਂ, ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਸਬਮਿਸ਼ਨ ਕਰ ਰਿਹਾ ਕਿ ਜੀ ਮੈਨੂੰ ਐਸੋਸੀਏਟ ਦਾ ਗ੍ਰੇਡ ਦਿੱਤਾ ਜਾਵੇ। ਤਾਂ ਇੱਥੋਂ ਇਹ ਪਤਾ ਲੱਗਦਾ ਕਿ ਪੰਜਾਬ 'ਚ ਕਿੱਡਾ ਵੱਡਾ ਫਰਾਡ ਹੋ ਗਿਆ, ਕਿਉਂਕਿ SPN ਕਾਲਜ ਮੁਕੇਰੀਆਂ ਗ੍ਰਾਂਟੀਨੇਡ ਦਾ ਕਾਲਜ ਹੈ। ਪ੍ਰਿੰਸੀਪਲ ਦੀ ਪੋਸਟ ਗ੍ਰਾਂਟੀਨੇਡ ਦੇ ਵਿੱਚ ਆਉਂਦੀ ਹੈ। 32 ਲੱਖ ਦੇ ਲਗਭਗ ਰੁਪਈਆ ਜਿਹੜਾ ਹੈਗਾ ਇਹ 2 ਸਾਲਾਂ ਦੇ ਵਿੱਚ ਤਨਖਾਹ ਲੈ ਚੁੱਕਾ। ਜਿਹੜਾ ਬੰਦਾ ਇਲੀਗਲ ਪ੍ਰਿੰਸੀਪਲ ਹੈ,
ਜਿਹੜਾ ਬੰਦਾ ਫਰਾਡ ਹੈ, ਜਿਹੜੇ ਬੰਦੇ ਦੇ ਉੱਪਰ ਕ੍ਰਿਮੀਨਲ ਆਫੈਂਸ ਜਿਹਨੇ ਕੀਤਾ ਹੈ ਔਰ ਉਹਦੇ ਉੱਪਰ ਕ੍ਰਿਮੀਨਲ ਕੇਸ ਰਜਿਸਟਰ ਹੋਣਾ ਚਾਹੀਦਾ ਹੈ। ਪ੍ਰੋਫੈਸਰ ਤਰੁਣ ਘਈ ਨੇ ਜਲਦੀ ਤੋਂ ਜਲਦੀ ਹੀ ਮੁਕੇਰੀਆਂ ਕਾਲਜ ਦੇ ਪ੍ਰਿੰਸੀਪਲ ਸਮੀਰ ਸ਼ਰਮਾ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਨਾਲ ਹੀ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਉਹ ਇਸ ਮਾਮਲੇ ਦੇ ਵਿੱਚ ਹਾਈ ਪਾਵਰ ਕਮੇਟੀ ਦਾ ਗਠਨ ਕਰੇ ਜੋ ਇਸ ਪੂਰੇ ਮਾਮਲੇ ਦੀ ਜਾਂਚ ਕਰੇ। ਚੰਡੀਗੜ੍ਹ ਤੋਂ ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਉਧਰ ਸੀਟੀਓ ਵੱਲੋਂ ਲਗਾਤਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਪਰ ਪ੍ਰਸ਼ਾਸਨ ਉਹਨਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ, ਜਿਸ ਦੇ ਵਿਰੋਧ ਦੇ ਵਿੱਚ ਸੀਟੀਓ ਵਰਕਰਾਂ ਵੱਲੋਂ 17 ਸੈਕਟਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਨਾਲੋਂ ਨਾਲ ਚੰਡੀਗੜ੍ਹ ਪ੍ਰਸ਼ਾਸਨ ਦਾ ਪੁਤਲਾ ਵੀ ਫੂਕਿਆ ਗਿਆ। ਇਸ ਦੌਰਾਨ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਆਪਣੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰ ਦੇਣਗੇ। ਕਿਲੋਮੀਟਰ ਸਕੀਮ ਦੇ ਵਿਰੋਧ ਵਿੱਚ ਸੀਟੀਯੂ ਵਰਕਰ ਯੂਨੀਅਨ ਦੇ ਵੱਲੋਂ ਵੀਰਵਾਰ ਨੂੰ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਸੈਕਟਰ 17 ਬੱਸ ਸਟੈਂਡ ਤੋਂ ਸੀਟੀਯੂ ਕਰਮਚਾਰੀਆਂ ਨੇ ਪੁਤਲਾ ਫੂਕ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਕਿਲੋਮੀਟਰ ਸਕੀਮ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ। ਪਿਛਲੇ 46 ਦਿਨ ਤੋਂ ਲਗਾਤਾਰ ਸੀਟੀਯੂ ਵਰਕਰ ਯੂਨੀਅਨ ਦੇ ਵੱਲੋਂ ਕਿਲੋਮੀਟਰ ਸਕੀਮ ਨੂੰ ਲੈ ਕੇ ਭੁੱਖ ਹੜਤਾਲ ਵੀ ਕੀਤੀ ਜਾ ਰਹੀ ਹੈ, ਪਰ ਚੰਡੀਗੜ੍ਹ ਪ੍ਰਸ਼ਾਸਨ ਉਹਨਾਂ ਦੀਆਂ ਮੰਗਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ, ਜਿਸ ਨੂੰ ਲੈ ਕੇ ਹੁਣ ਸੀਟੀਯੂ ਯੂਨੀਅਨ ਦੇ ਵਰਕਰਾਂ ਦਾ ਗੁੱਸਾ 7ਵੇਂ ਅਸਮਾਨ ਤੇ ਪਹੁੰਚ ਚੁੱਕਿਆ ਹੈ ਤੇ ਉੱਤੇ ਹੀ ਹੁਣ ਸੀਟੀਯੂ ਯੂਨੀਅਨ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ 5 ਫਰਵਰੀ ਨੂੰ ਉਹ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰਨਗੇ। ਅਸੀਂ ਬਾਰ-ਬਾਰ ਇਹ ਜਿਹੜੀ ਬੇਨਤੀ ਕਰਦੇ ਆ ਰਹੇ ਹਾਂ ਪ੍ਰਸ਼ਾਸਨ ਨੂੰ ਕਿ ਜਿਹੜੀ ਕਿਲੋਮੀਟਰ ਸਕੀਮ ਦੇ ਜੋ ਬੱਸਾਂ ਖਰੀਦਣ ਦਾ ਟੈਂਡਰ ਕੀਤਾ ਹੈ ਉਹਨੂੰ ਰੱਦ ਕੀਤਾ ਜਾਵੇ, ਕਿਉਂਕਿ ਸੈਂਟਰ ਸਰਕਾਰ ਨੇ ਸਾਨੂੰ 20 ਕਰੋੜ ਰੁਪਈਆ ਜਿਹੜਾ 23 ਕਰੋੜ ਦੇ ਲਗਭਗ ਰੁਪਈਆ ਸਿਰਫ ਇਹਨਾਂ ਬੱਸਾਂ ਨੂੰ ਖਰੀਦਣ ਦੇ ਲਈ ਦਿੱਤਾ ਆ, ਪਰ ਇੱਥੋਂ ਦਾ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਆਪਣੇ ਬਿੱਲਿਆਂ ਦੀ ਦੌੜ ਦੇ ਵਿੱਚ ਨੇ ਕਿ ਸਾਡੇ ਗਵਰਨਰ ਤੋਂ ਬਿੱਲਾ ਲੱਗ ਜੇ ਕਿ ਅਸੀਂ ਇੰਨੇ ਪੈਸੇ ਬਚਾ ਕੇ ਦੇਤੇ, ਫ੍ਰੀ ਦੇ ਵਿੱਚ ਬੱਸਾਂ ਚਲਾਤੀਆਂ। ਸਾਡਾ ਜਿਹੜਾ ਬਜਟ ਮਿਲਿਆ ਹੋਇਆ ਉਹਨੂੰ ਸਰੈਂਡਰ ਕੀਤਾ ਜਾ ਰਿਹਾ ਆ, ਲੇਕਿਨ ਪ੍ਰਾਈਵੇਟ ਜਿਹੜਾ ਟੈਂਡਰ ਹੈ ਉਹਨੂੰ ਇੱਥੇ ਪ੍ਰਵਾਨ ਕਰਵਾਇਆ ਜਾ ਰਿਹਾ ਆ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਵੀ ਕੀਮਤ ਤੇ ਪ੍ਰਾਈਵੇਟ ਬੱਸਾਂ ਦੀ ਇੱਥੇ ਐਂਟਰੀ ਨਹੀਂ ਹੋਣ ਦਿੱਤੀ ਜਾਏਗੀ। ਔਰ 5 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ, 5 ਤਰੀਕ ਨੂੰ 17 ਬੱਸ ਸਟੈਂਡ ਦੇ ਉੱਤੇ ਅਸੀਂ ਜਿਹੜਾ ਗਵਰਨਰ ਦਾ, ਪ੍ਰਸ਼ਾਸਕ ਦਾ, ਚੰਡੀਗੜ੍ਹ ਦੇ ਦਾ ਪੁਤਲਾ ਫੂਕਾਂਗੇ ਤਾਂ ਜੋ ਕਿ ਸਾਡੀ ਆਵਾਜ਼ ਆ ਜਿਹੜੀ ਗਵਰਨਰ ਹਾਊਸ ਤੱਕ ਪਹੁੰਚੇ ਤੇ ਇਹਨਾਂ ਅਧਿਕਾਰੀਆਂ ਦੀ ਪੁੱਛਗਿੱਛ ਹੋਵੇ ਕਿ ਇਹ ਕੀ ਕਰ ਰਹੇ ਨੇ। ਇਸ ਗੱਲ ਕਰਕੇ ਇਹ ਐਜੀਟੇਸ਼ਨ ਹੈ ਜਿਹੜੀ ਇਹ ਅੱਗੇ ਵਧੇਗੀ ਔਰ ਸਾਨੂੰ ਮਜਬੂਰ ਨਾ ਕੀਤਾ ਜਾਵੇ ਸੜਕਾਂ ਦੇ ਉਤਰਨ ਦੇ ਲਈ ਕਿ ਅਸੀਂ ਬੱਸਾਂ ਦੇ ਪਹੀਏ ਜਾਮ ਕਰਨ, ਅਸੀਂ ਚੰਡੀਗੜ੍ਹ ਦੇ ਹੋਰ ਅਦਾਰੇ ਬੰਦ ਕਰਨ। तमाम ਜਥੇਬੰਦੀਆਂ ਜਿਹੜੀਆਂ ਇਸ ਮੂਵਮੈਂਟ ਦੇ ਵਿੱਚ ਸ਼ਾਮਲ ਹੋ ਚੁੱਕੀਆਂ ਨੇ। ਇਹ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਉਹਦੇ ਉੱਤੇ ਬਣਦੀ ਜਿਹੜੀ ਕਾਰਵਾਈ ਕਰਕੇ ਫੌਰੀ ਤੌਰ ਤੇ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕੀਤਾ ਜਾਵੇ ਤੇ ਸਾਡੀਆਂ ਸਰਕਾਰੀ ਬੱਸਾਂ ਖਰੀਦਣ ਦਾ ਪ੍ਰਬੰਧ ਕੀਤਾ ਜਾਵੇ। ਧੰਨਵਾਦ। ਉਧਰ ਸੀਟੀਯੂ ਯੂਨੀਅਨ ਦਾ ਆਰੋਪ ਹੈ ਕਿ ਚੰਡੀਗੜ੍ਹ ਵਿੱਚ ਕਿਲੋਮੀਟਰ ਸਕੀਮ ਦੇ ਤਹਿਤ ਲਗਾਈਆਂ ਜਾ ਰਹੀਆਂ ਬੱਸਾਂ ਤੋਂ ਠੇਕੇਦਾਰਾਂ ਨੂੰ ਫਾਇਦਾ ਪਹੁੰਚ ਰਿਹਾ, ਜਦਕਿ ਕੇਂਦਰ ਸਰਕਾਰ ਵੱਲੋਂ 20 ਕਰੋੜ ਦਾ ਫੰਡ ਜਾਰੀ ਕੀਤਾ ਗਿਆ ਸੀ ਤਾਂ ਕਿ ਸੀਟੀਯੂ ਦੇ ਖੇਮੇ ਦੇ ਵਿੱਚ ਬੱਸਾਂ ਆ ਸਕਣ, ਪਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵੱਲੋਂ ਅਜਿਹਾ ਨਾ ਕਰਕੇ ਕਿਲੋਮੀਟਰ ਸਕੀਮ ਦੇ ਤਹਿਤ ਬੱਸਾਂ ਲਿਆਂਦੀਆਂ ਜਾ ਰਹੀਆਂ ਨੇ। ਕਿਲੋਮੀਟਰ ਸਕੀਮ ਦੇ ਟੈਂਡਰ ਦੇ ਖਿਲਾਫ ਲਗਾਤਾਰ ਜਿਹੜਾ ਸੰਘਰਸ਼ ਚੱਲ ਰਿਹਾ ਹੈ। ਅੱਜ 46ਵਾਂ ਦਿਨ ਸੀਗਾ। ਅੱਜ ਸਾਡੇ ਰਿਟਾਇਰੀ ਸਾਥੀ ਭੁੱਖ ਹੜਤਾਲ ਤੇ ਬੈਠੇ ਸੀ, ਤਕਰੀਬਨ 30 ਸਾਥੀ। ਮੁਲਾਜ਼ਮਾਂ ਦੇ ਵਿੱਚ ਰੋਸ ਦੇ ਵਜੋਂ ਅਸੀਂ ਪਿਛਲੀ 6 ਤਰੀਕ ਤੋਂ ਐਲਾਨ ਕੀਤਾ ਹੋਇਆ ਸੀ ਕਿ 20 ਤਰੀਕ ਨੂੰ ਅਸੀਂ ਜਿਹੜਾ ਹੈਗਾ ਪੁਤਲਾ ਫੂਕਾਂਗੇ। ਅੱਜ ਅਸੀਂ 17 ਬੱਸ ਸਟੈਂਡ ਦੇ ਵਿੱਚ ਪ੍ਰਸ਼ਾਸਨ ਦਾ ਜਿਹੜਾ ਹੈਗਾ ਪੁਤਲਾ ਫੂਕਿਆ ਔਰ ਇਸ ਗੂੰਗੇ ਬਹਿਰੇ ਪ੍ਰਸ਼ਾਸਨ ਨੂੰ ਜਗਾਉਣ ਦਾ ਇੱਕ ਯਤਨ ਕੀਤਾ ਹੈ। ਯਤਨ ਅੱਗੇ ਵੀ ਇਦਾਂ ਹੀ ਜਾਰੀ ਰਹਿਣਗੇ। ਅਗਲਾ ਅਸੀਂ ਹੁਣ ਪੁਤਲਾ ਜਿਹੜਾ ਹੈਗਾ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਫੂਕਿਆ ਜਾਊਗਾ 5 ਤਰੀਕ ਨੂੰ ਇਸੇ ਆਪਣਾ 17 ਬੱਸ ਸਟੈਂਡ ਦੇ ਵਿੱਚ। ਬਹਿਰਹਾਲ ਸੀਟੀਯੂ ਕਰਮਚਾਰੀਆਂ ਦੇ ਵੱਲੋਂ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਕਿਲੋਮੀਟਰ ਸਕੀਮ ਨੂੰ ਲੈ ਕੇ ਲਗਾਤਾਰ ਵਰਕਰਾਂ ਦੇ ਵਿੱਚ ਰੋਸ ਵੀ ਵਧਦਾ ਜਾ ਰਿਹਾ ਹੈ, ਜਿਸ ਦੇ ਚੱਲਦੇ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵੀ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਹਾਲਾਂਕਿ ਹੁਣ ਤੱਕ ਪ੍ਰਸ਼ਾਸਨ ਦੇ ਵੱਲੋਂ ਕਿਸ ਤਰ੍ਹਾਂ ਦਾ ਕੋਈ ਵੀ ਭਰੋਸਾ ਨਹੀਂ ਦਿੱਤਾ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਸੀਟੀਯੂ ਯੂਨੀਅਨ ਦੀ ਜੋ ਇਹ ਮੰਗਾਂ ਨੇ ਉਹ ਪ੍ਰਸ਼ਾਸਨ ਦੇ ਵੱਲੋਂ ਮੰਨੀਆਂ ਜਾਂਦੀਆਂ ਨੇ ਜਾਂ ਫਿਰ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਚੰਡੀਗੜ੍ਹ ਦੇ ਸੈਕਟਰ 26 ਦੀ ਸਬਜ਼ੀ ਮੰਡੀ ਹੀ ਬਿਆਨ ਕਰ ਰਹੀ ਹੈ, ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਨੇ, ਸਫਾਈ ਦਾ ਨਾਮੋ ਨਿਸ਼ਾਨ ਹੀ ਨਹੀਂ ਹੈ। ਹਰ ਪਾਸੇ ਦੇਖੋ ਗੰਦਗੀ ਹੀ ਗੰਦਗੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਨੇ ਚੰਡੀਗੜ੍ਹ ਸਮਾਰਟ ਸਿਟੀ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਜ਼ਿਆਦਾ ਬਦਹਾਲ ਸਬਜ਼ੀ ਮੰਡੀ 26 ਸੈਕਟਰ ਦੀ ਦਾ। ਉਂਝ ਤਾਂ ਇਸ ਸਬਜ਼ੀ ਮੰਡੀ ਤੋਂ ਚੰਡੀਗੜ੍ਹ ਹੀ ਨਹੀਂ ਨਾਲ ਲੱਗਦੇ ਪੰਚਕੂਲਾ, ਜ਼ੀਰਕਪੁਰ, ਖਰੜ ਤੇ ਮੋਹਾਲੀ ਦੇ ਲਈ ਵੀ ਸਬਜ਼ੀ ਸਪਲਾਈ ਹੁੰਦੀ ਹੈ, ਪਰ ਇੱਥੇ ਦੇ ਜੋ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਤਾਂ ਇੰਜ ਲੱਗਦਾ ਹੈ ਕਿ ਤੁਸੀਂ ਸਬਜ਼ੀ ਮੰਡੀ ਦੇ ਵਿੱਚ ਨਹੀਂ ਸਗੋਂ ਕਿਸੇ ਕੂੜੇ ਦੇ ਮੈਦਾਨ ਵਿੱਚ ਪਹੁੰਚ ਗਏ ਹੋ।
ਤੇ ਬਾਰਿਸ਼ ਦੇ ਦਿਨਾਂ ਦੇ ਵਿੱਚ ਤਾਂ ਇੱਥੇ ਦੀ ਤਸਵੀਰ ਹੋਰ ਵੀ ਜ਼ਿਆਦਾ ਖਰਾਬ ਹੋ ਜਾਂਦੀ ਹੈ। ਜ਼ਰਾ ਇਹਨਾਂ ਤਸਵੀਰਾਂ ਨੂੰ ਗੌਰ ਨਾਲ ਦੇਖੋ। ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਤੇ ਸੜਕਾਂ ਟੁੱਟੀਆਂ ਹੋਈਆਂ ਨੇ। ਥਾਂ-ਥਾਂ ਤੇ ਚਿੱਕੜ ਅਤੇ ਗੰਦਗੀ ਅਤੇ ਨਗਰ ਨਿਗਮ ਕਰਮੀ ਸਫਾਈ ਕਰਨ ਆਉਂਦੇ ਨੇ ਤਾਂ ਇੱਥੇ ਹੀ ਕੂੜੇ ਦੇ ਢੇਰ ਲਗਾ ਕੇ ਚਲੇ ਜਾਂਦੇ ਨੇ ਤੇ ਉਸੇ ਕੂੜੇ ਦੇ ਨਾਲ ਇੱਥੇ ਗੰਦਗੀ ਫੈਲ ਰਹੀ ਹੈ। ਇੰਨਾ ਹੀ ਨਹੀਂ, ਇੱਥੇ ਸੀਵਰੇਜ ਵੀ ਥਾਂ-ਥਾਂ ਤੇ ਬਲੌਕ ਨੇ, ਜਿਸ ਦੇ ਨਾਲ ਸੀਵਰ ਯਾਨੀ ਕਿ ਸੀਵਰੇਜ ਦਾ ਪਾਣੀ ਸੜਕਾਂ ਤੇ ਬਹਿ ਰਿਹਾ ਤੇ ਉੱਤੇ ਹੀ ਹਵਾ ਦੇ ਵਿੱਚ ਝੂਲਦੀਆਂ ਹੋਈਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਕਦੀ ਵੀ ਕਿਸੇ ਹਾਦਸੇ ਨੂੰ ਨਿਯੋਤਾ ਦੇ ਸਕਦੀਆਂ ਨੇ, ਕਿਉਂਕਿ ਇੱਥੇ ਰੋਜ਼ਾਨਾ 40 ਤੋਂ 50 ਟਰੱਕ ਸਬਜ਼ੀਆਂ ਤੇ ਫਲਾਂ ਦੇ ਪਹੁੰਚਦੇ ਨੇ। ਪਰ ਇਹਨਾਂ ਸਭ ਦੇ ਬਾਵਜੂਦ ਪ੍ਰਸ਼ਾਸਨ ਅਤੇ ਨਗਰ ਨਿਗਮ ਇਸ ਦੇ ਵੱਲ ਕੋਈ ਵੀ ध्यान नहीं दे रहा है। हमारा जो चंडीगढ़ शहर में जितना भी प्रॉपर्टी टैक्स लिया जाता है उन सबको व्यवस्था दी जाती है, उनके पार्क्स बनाए जाते हैं, उनकी सफाई की जाती है। एक हमारा चंडीगढ़ मंडी ऐसी है जिस पे ये 2% मार्केट फीस भी ले रहे हैं, उसके बावजूद प्रॉपर्टी टैक्स भी ले रहे हैं और सफाई यहाँ पे ज़ीरो। गटर बंद है, गारा सब जगह हो रखा है। ये खुद ही सरकार जो है न्योता दे रही है कि आओ यहाँ पे बीमारी मिल के फैलाएँ। पिछले अरुण कुमार जी DC आए थे, तकरीबन इस बात को 15 साल हो गए हैं, तब ये सड़कें बनी थी, उसके बाद आज तक सड़कें नहीं बनी हैं। जी ट्रक पलटे हैं, बहुत ट्रक पलटे हैं यहाँ पे। पीछे उस साइड में जाके देखिए आप, नीचे का पानी ऐसे लगता है कि पानी नीचे से निकल रहा है। गटर की व्यवस्था बिल्कुल ज़ीरो हो चुकी है, गटर टूटे हुए हैं सारे। देखिए जी, इसके लिए तो ये मार्केट बोर्ड है, वॉशरूम के ऊपर जितने भी ये जमादारों की इन्होंने ड्यूटी लगाई है वो उसकी तरफ बिल्कुल ध्यान नहीं देते, सिर्फ खर्चे शो करते हैं और काम के नाम पे ज़ीरो है। सर, मैं प्रशासन से बार बार विनती करूंगा कि आकर यहाँ हमारी व्यवस्था देखें। जहाँ नल की ज़रूरत है, शौचालय की ज़रूरत है, आगे व्यवस्था को दुरुस्त करें। अगर ये ऐसे नहीं तो ऐसे तो बीमारी और फैलेगी, बहुत फैलेगी। सर, यहाँ की मंडी का इतना बुरा हाल है, जब भी बारिश होती है चिक्कड़ इतना हो जाता है कि यहाँ के निकलने की जगह ही नहीं होती है कि आरती जो भी निकलता है, जो भी ग्राहक आता है उसको परेशानी होती है कि निकले कहाँ से निकले। इतना गाड़ा जम जाता है मंडी में, बाकी गाड़ियाँ लग जाती है, सौदा लगाने की बिल्कुल जगह नहीं होती इस मंडी में। मंडी इतनी छोटी पड़ गई है कि गाड़ियाँ बहुत ज़्यादा आ रही हैं कि जहाँ आरती सौदा लगाते थे वहाँ गाड़ियाँ लग रही हैं कि सौदा लगाने की बिल्कुल भी जगह नहीं है यहाँ पे। बुरा हाल है। हाँ, सड़कें इतनी ख़राब है, सड़कें टूटी हुई हैं। बारिश होती है तो चिक्कड़ इतना ज़्यादा हो जाता है कि पानी इतना हो जाता है कि बंदे के आने जाने की व्यवस्था में बहुत ज़्यादा दिक्कत होती है। सीवरेज का पानी भी बंद हो जाता है। हाँ, सीवरेज का भी पानी आता है और बारिश होने के बाद 4-5 दिन सफाई नहीं होती है मंडी की। ट्राई सिटी चंडीगढ़ ਦੀ ਸਭ ਤੋਂ ਵੱਡੀ ਮੰਡੀ ਹੋਣ ਦੇ ਬਾਵਜੂਦ ਵੀ ਇਸ ਮੰਡੀ ਦੇ ਹਾਲਾਤ ਕਾਫੀ ਤਰਸਯੋਗ ਨੇ ਤੇ ਜਿਸ ਤਰ੍ਹਾਂ ਦੇ ਨਾਲ ਇੱਥੇ ਗੰਦਗੀ ਫੈਲ ਰਹੀ ਹੈ, ਕਿਹਾ ਜਾ ਸਕਦਾ ਹੈ ਕਿ ਇੱਥੋਂ ਸਬਜ਼ੀਆਂ ਦੇ ਨਾਲ-ਨਾਲ ਬਿਮਾਰੀਆਂ ਵੀ ਪੂਰੇ ਸ਼ਹਿਰ ਨੂੰ ਸਪਲਾਈ ਹੁੰਦੀਆਂ ਨੇ ਤੇ ਇਸ ਦੇ ਲਈ ਕੋਈ ਹੋਰ ਨਹੀਂ ਬਲਕਿ ਚੰਡੀਗੜ੍ਹ ਨਗਰ ਨਿਗਮ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋर्ट। ਚੰਡੀਗੜ੍ਹ ਦਾ ਜੋ ਸ਼ਿਵ ਮੰਦਿਰ ਹੈ ਉਸ ਨੂੰ ਹੁਣ ਇੱਕ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਇਹ ਮੰਦਿਰ ਬਹੁਤ ਹੀ ਪੁਰਾਣਾ ਹੈ ਤੇ ਇਸ ਦੇ ਨਾਲ ਭਾਵਨਾਵਾਂ ਕਾਫੀ ਜ਼ਿਆਦਾ ਜੁੜੀਆਂ ਹੋਈਆਂ ਨੇ ਤੇ ਇਸ ਨੂੰ ਹੁਣ ਨਵੇਂ ਸਿਰੇ ਤੋਂ ਤਿਆਰ ਕਰਨ ਦੇ ਲਈ ਕਾਰੀਗਰਾਂ ਨੂੰ ਹਿਮਾਚਲ ਤੋਂ ਬੁਲਾਇਆ। इसमें सबसे पहले बात तो ये है कि इसमें जो नक्काशी हो रहा है काफ़ी मतलब सूझबूझ से हो रहा है, मतलब इसमें काफ़ी ध्यानपूर्वक से करना पड़ता है काम। बाकी यही है डिज़ाइनिंग में। चंडीगढ़ में और कहीं नहीं मिलेगा? कहीं नहीं मिलेगी चंडीगढ़ में चीज़ देखने को। सर, लक्कड़ का मंदिर बन रहा है जैसे हमारे राजा महाराजाओं से चला हुआ काम है। राजा मतलब ये देवी देवते के लिए बनता है स्पेशली, जो गेट बनते हैं देवी देवते की कला है इसमें। डिज़ाइन तो कई प्रकार के होते हैं मगर ये देवी देवते का अलग से होता है डिज़ाइन इसमें, मतलब देवी देवते के लिए बनते हैं असलियत में जो। यानी कि हिमाचल की कला दिखाई दे। हाँ जी, हाँ जी, हिमाचल क्या। प्रणाम जी, गौशाला सेक्टर 45 से मैं वाइस प्रेसिडेंट विनोद कुमार जी, और यहाँ पर हम 1050 के लगभग गौ संख्या है जिसकी हम सेवा करते आ रहे हैं लोगों के सहयोग के द्वारा। और यहाँ पर हमारा पुरातन मंदिर है जो 1980 के दशक से पहले का है, उसके अब हम नव निर्माण करवा रहे हैं मंदिर का। उसके लिए हमने जो है लक्कड़ का इस्तेमाल कर रहे हैं, जो आपने सुना होगा कास्ट कुली एक पुरातन वो है, कास्ट कुली शैणी बोला जाता है उसको,
जो लकड़ के ऊपर नक्काशी की जाती है। लकड़ के ऊपर नक्काशी की जाती है, लकड़ के ऊपर अलग अलग प्रकार के जो डिज़ाइन हैं वो उकेरे जाते हैं। उसके साथ साथ में भगवान की जो मूर्तियां हैं वो भी बनाई जाती है। ये कासकुणी शैली के लोग जो हैं ये किन्नौर से विशेष रूप से हमने कारीगर बुलाए हुए हैं जो लकड़ के ऊपर नक्काशी कर रहे हैं। और ये हमारा पुरातन मंदिर है, उसमें हम पुरातन जो संस्कृति और कला है उसको हम सहेजने का गौरी शंकर सेवा दल परिवार जो है एक प्रयास कर रहा है। ਗਣਤੰਤਰ ਦਿਹਾੜੇ ਦੇ ਉੱਪਰ ਪਰੇਡ ਦਾ ਇੰਤਜ਼ਾਰ ਹਰ ਕੋਈ ਕਰਦਾ ਹੈ ਤਾਂ ਕਿ ਝਾਕੀਆਂ ਦੇਖਣ ਨੂੰ ਮਿਲਣਗੀਆਂ, ਸਾਡੇ ਦੇਸ਼ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ। ਪਰ ਇਸ ਵਾਰ ਕੋਰੋਨਾ ਦੇ ਕਰਕੇ ਅਜਿਹਾ ਨਹੀਂ ਹੋਵੇਗਾ, ਯਾਨੀ ਕਿ ਕੋਰੋਨਾ ਦਾ ਅਸਰ ਪਰੇਡ ਤੇ ਵੀ ਦੇਖਣ ਨੂੰ ਮਿਲੇਗਾ। ਪਰੇਡ ਦੇ ਵਿੱਚ ਆਮ ਲੋਕ ਮੌਜੂਦ ਨਹੀਂ ਰਹਿ ਸਕਣਗੇ ਤੇ ਜੋ ਮੌਜੂਦ ਹੋਣਗੇ ਉਹਨਾਂ ਦੇ ਲਈ ਵੀ ਖਾਸ ਪ੍ਰਬੰਧ ਕੀਤੇ ਜਾਣਗੇ। ਪੇਸ਼ ਚੰਡੀਗੜ੍ਹ 'ਚ ਕੋਰੋਨਾ ਸੰਕਰਮਣ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਕੋਰੋਨਾ ਸੰਕਰਮਣ ਦਾ ਅਸਰ ਇੱਕ ਵਾਰ ਫਿਰ ਤੋਂ ਗਣਤੰਤਰ ਦਿਵਸ ਤੇ ਵੀ ਦੇਖਣ ਨੂੰ ਮਿਲੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਐਟ ਹੋਮ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਨਾਲ ਹੀ ਸੈਕਟਰ 17 ਦੇ ਵਿੱਚ ਹੋਣ ਵਾਲੀ ਪਰੇਡ ਦੇ ਵਿੱਚ ਵੀ ਆਮ ਲੋਕਾਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਹੋਵੇਗੀ। ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਗਣਤੰਤਰ ਦਿਹਾੜੇ ਤੇ ਜ਼ਿਆਦਾ ਲੋਕਾਂ ਦੀ ਭੀੜ ਇਕੱਠੀ ਨਹੀਂ ਕੀਤੀ ਜਾਵੇਗੀ ਤੇ ਨਾਲ ਹੀ ਇਸ ਨਾਲ ਸੰਬੰਧਿਤ ਪ੍ਰੋਗਰਾਮਾਂ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇ। ਇਸ ਲਈ ਘੱਟ ਲੋਕਾਂ ਨੂੰ ਬੁਲਾਉਣ ਦਾ ਫੈਸਲਾ ਲਿਆ ਗਿਆ। ਉੱਥੇ ਇਸ ਸਮਾਰੋਹ ਦੇ ਦੌਰਾਨ ਸੰਸਕ੍ਰਿਤਿਕ ਪ੍ਰੋਗਰਾਮ ਵੀ ਨਹੀਂ ਹੋਣਗੇ, ਸਕੂਲੀ ਬੱਚਿਆਂ ਨੂੰ ਵੀ ਨਹੀਂ ਬੁਲਾਇਆ ਜਾਏਗਾ। ਹਾਲਾਂਕਿ ਪੁਰਸਕਾਰ ਵੰਡ ਪ੍ਰੋਗਰਾਮ ਦਾ ਆਯੋਜਨ ਪਹਿਲਾਂ ਦੀ ਤਰ੍ਹਾਂ ਹੀ ਹੋਵੇਗਾ ਤੇ ਪਿਛਲੀ ਵਾਰ ਵੀ ਪਰੇਡ ਗਰਾਊਂਡ ਦੇ ਵਿੱਚ ਕੁਝ ਹੀ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਸੀ, ਜਦਕਿ ਬਾਕੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਵਾਰਡ ਉਹਨਾਂ ਦੇ ਵਿਭਾਗਾਂ ਦੇ ਵੱਲੋਂ ਬਾਅਦ ਦੇ ਵਿੱਚ ਉਹਨਾਂ ਨੂੰ ਸੌਂਪੇ ਗਏ ਸਨ। ਦੱਸ ਦਈਏ ਕਿ ਹਰ ਸਾਲ ਸੈਕਟਰ 17 ਸਥਿਤ ਪਰੇਡ ਗਰਾਊਂਡ ਦੇ ਵਿੱਚ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੇ ਵਿੱਚ ਹਜ਼ਾਰਾਂ ਲੋਕੀ ਭਾਗ ਲੈਂਦੇ ਨੇ, ਪਰ ਇਸ ਵਾਰ ਕੁਝ ਲੋਕਾਂ ਨੂੰ ਹੀ ਪ੍ਰੋਗਰਾਮ ਦੇ ਵਿੱਚ ਬੁਲਾਇਆ ਜਾਵੇਗਾ। ਪ੍ਰੋਗਰਾਮ ਵਿੱਚ ਪੁਲਿਸ ਦੇ ਵੱਲੋਂ ਮਾਰਚ ਪਾਸਟ ਵੀ ਕੀਤਾ ਜਾਵੇਗਾ। ਨਾਲ ਹੀ ਸਾਰੇ ਲੋਕਾਂ ਦੇ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ਤੇ ਲੋਕਾਂ ਦੇ ਬੈਠਣ ਦੇ ਲਈ ਕੁਰਸੀਆਂ ਵੀ ਤੈਅ ਦੂਰੀ ਤੇ ਲਗਾਈਆਂ ਜਾਣਗੀਆਂ। ਉੱਥੇ ਹੀ ਕੋਰੋਨਾ ਦੇ ਕਾਰਨ ਗਣਤੰਤਰ ਦਿਵਸ ਦੇ ਮੌਕੇ ਤੇ ਪੰਜਾਬ ਰਾਜ ਭਵਨ ਦੇ ਵਿੱਚ ਐਟ ਹੋਮ ਪ੍ਰੋਗਰਾਮ ਵੀ ਨਹੀਂ ਹੋਵੇਗਾ। ਇਸ ਸੰਬੰਧ ਵਿੱਚ ਫੈਸਲਾ ਲਿਆ ਗਿਆ। ਕੋਵਿਡ-19 ਦੇ ਨਿਯਮਾਂ ਦੇ ਤਹਿਤ ਦੂਰੀ ਬਣਾਏ ਰੱਖਣ ਦੇ ਲਈ ਅਜਿਹਾ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਹਰ ਸਾਲ 26 ਜਨਵਰੀ ਦੀ ਸ਼ਾਮ ਨੂੰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਵੱਲੋਂ ਰਾਜ ਭਵਨ ਦੇ ਵਿੱਚ ਐਟ ਹੋਮ ਦੀ ਵਿਵਸਥਾ ਕੀਤੀ ਜਾਂਦੀ ਹੈ ਤੇ ਜਿਸ ਦੇ ਵਿੱਚ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਮਹੱਤਵਪੂਰਨ ਲੋਕਾਂ ਨੂੰ ਬੁਲਾਇਆ ਜਾਂਦਾ ਸੀ। ਪਰ 2020 ਦੇ ਵਿੱਚ ਮਾਰਚ 'ਚ ਕੋਰੋਨਾ ਦੇ ਆਉਣ ਤੋਂ ਬਾਅਦ ਐਟ ਹੋਮ ਪ੍ਰੋਗਰਾਮ ਦਾ ਆਯੋਜਨ ਨਹੀਂ ਕੀਤਾ ਜਾ ਰਿਹਾ। ਪੰਜਾਬ ਰਾਜ ਭਵਨ ਵਿੱਚ ਹੋਣ ਵਾਲੇ ਐਟ ਹੋਮ ਦੇ ਵਿੱਚ ਆਮੰਤਰਿਤ ਹੋਣ ਦੇ ਕਾਰਨ ਸ਼ਹਿਰ ਵਾਸੀਆਂ ਦੇ ਵਿੱਚ ਕਾਫੀ ਕ੍ਰੇਜ਼ ਰਹਿੰਦਾ ਹੈ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਵੱਖੋ-ਵੱਖ ਵਿਭਾਗਾਂ ਦੇ ਵਿੱਚ ਵੀ ਹੁਣ ਕਰਮਚਾਰੀ ਕੋਰੋਨਾ ਪੋਜ਼ਿਟਿਵ ਹੋਣੇ ਸ਼ੁਰੂ ਹੋ ਗਏ ਨੇ। ਲਾਇਸੈਂਸ ਅਥਾਰਟੀ ਵਿਭਾਗ ਦੇ ਵਿੱਚ ਵੀ 31 ਦੇ ਕਰੀਬ ਕਰਮਚਾਰੀ ਕੋਰੋਨਾ ਪੋਜ਼ਿਟਿਵ ਆਏ। रुख मौसम का कर लेने तो पिछले कई दिनों तो सूरज के दर्शन ही नहीं होए। लोग धुप नूं तरस रहे ने ते ठंडियां हवावां लोगों नूं परेशान कर रही ने। तापमान की जो गल की जाए तो अज वध तो वध तापमान 14.6 डिग्री सैल्सियस ते घट्टो घट्ट तापमान 10.7 डिग्री सैल्सियस दर्ज किया गया। तो अज दे इस बुलेटिन दे विच बस नहीं, फिर होवेगी मुलाकात। सत श्री अकाल।